नमस्कार साथियों। ਅੱਜ ਪੰਜਾਬੀ ਸਾਹਿਤ ਦੇ ਅੰਦਰ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਜੋ ਆਪਣਾ ਕਵਿਤਾ ਦੇ ਛੰਦਾਂ ਦੇ ਨਾਲ ਸੰਬੰਧਿਤ ਹੈ, ਉਹ ਲੈ ਕੇ ਹਾਜ਼ਰ ਹੋਇਆ ਹਾਂ। ਕਾਫੀ ਟਾਈਮ ਤੋਂ ਵਿਦਿਆਰਥੀਆਂ ਦੀ ਇਹ ਡਿਮਾਂਡ ਸੀ ਕਿ ਰਾਸ ਛੰਦ ਅਲੰਕਾਰ ਦੇ ਬਾਰੇ ਵੀਡੀਓ ਅਵੇਲੇਬਲ ਕਰਵਾਏ ਜਾਣ। ਮੇਰੀ ਲਗਾਤਾਰ ਕੋਸ਼ਿਸ਼ ਸੀ ਕਿ ਆਪਦੇ ਹਰ ਪੰਜਾਬੀ ਸਾਹਿਤ ਨੂੰ ਕੰਪਲੀਟ ਕਰਨ ਦੇ ਲਈ ਜੋ ਵੀ ਬਣਦਾ ਟੌਪਿਕ ਹੈ ਉਹ ਆਪ ਨੂੰ ਮੁਹੱਈਆ ਕਰਵਾਇਆ ਜਾਏ। ਇਸੇ ਉਦੇਸ਼ ਦੀ ਪੂਰਤੀ ਦੇ ਲਈ ਅੱਜ ਤੋਂ ਆਪਾਂ ਛੰਦ ਦੇ ਵੀਡੀਓ ਸ਼ੁਰੂ ਕਰ ਰਹੇ ਹਾਂ। ਵਿਸਤਾਰ ਸਾਹਿਤ ਮਹੱਤਵਪੂਰਨ ਛੰਦ ਨੇ ਜਿਹੜੇ ਉਹ ਆਪ ਨੂੰ ਸਮਝਾਏ ਜਾਣਗੇ। ਇਸ ਤੋਂ ਬਾਅਦ ਚ ਰਸ ਤੇ ਛੰਦ ਵੀ ਰਸ ਅਤੇ ਅਲੰਕਾਰ ਵੀ ਸਮਝਾਏ ਜਾਣਗੇ। ਉਸ ਤੋਂ ਬਾਅਦ ਚ ਆਪਾਂ ਇਹਨਾਂ ਦੇ ਪ੍ਰਸ਼ਨ ਕਿਸ ਤਰੀਕੇ ਦੇ ਐਗਜ਼ਾਮ ਦੇ ਅੰਦਰ ਪੁੱਛੇ ਜਾਂਦੇ ਨੇ ਉਹਨਾਂ ਦੇ ਬਾਰੇ ਚਰਚਾ ਸ਼ੁਰੂ ਹੋਏਗੀ। ਖਾਸ ਤੌਰ ਤੇ ਛੰਦ ਦਾ ਪ੍ਰਸ਼ਨ ਹੈ ਜਿਹੜਾ ਪੰਜਾਬੀ ਸਾਹਿਤ ਦੇ ਵਿਸ਼ੇ ਦੇ ਤੌਰ ਤੇ ਜਦੋਂ ਕੋਈ ਆਪਾਂ ਇਮਤਿਹਾਨ ਦੇਣ ਬੈਠਦੇ ਹਾਂ ਤਾਂ ਉਹਦੇ ਅੰਦਰ 1 ਜਾਂ 2 ਪ੍ਰਸ਼ਨ ਪੁੱਛ ਲਏ ਜਾਂਦੇ ਨੇ। ਤਾਂ ਸਭ ਤੋਂ ਪਹਿਲੇ ਤਾਂ ਆਪਾਂ ਇਹ ਜਾਣਾਂਗੇ ਕਿ ਛੰਦ ਹੁੰਦਾ ਕੀ ਹੈ ਤੇ ਇਸ ਤੇ ਕੀ ਜਿਹੜੇ ਪੁਰਾਤਨ ਸਾਡਾ ਇਤਿਹਾਸ ਹੈ ਉਸ ਦੇ ਅੰਦਰ ਛੰਦ ਕਿੱਦਾਂ ਦਾ ਸੀ, ਜਾਂ ਫਿਰ ਉਸ ਵੇਲੇ ਜਿਹੜੇ ਛੰਦ ਦੇ ਵਿਦਵਾਨ ਸਨ ਕੌਣ ਸਨ, ਗ੍ਰੰਥ ਕਿੱਦਾਂ ਦੇ ਸੀ, ਤੇ ਅਜੋਕੇ ਦੌਰ ਦੇ ਅੰਦਰ ਇਹ ਵਿਧਾ ਹੈ ਜਿਹੜੀ ਉਹ ਕਿਸ ਔਰ ਅਗਰਸਰ ਹੋ ਗਈ ਹੈ। ਤੇ ਉਸ ਤੋਂ ਬਾਅਦ ਚ ਆਪਾਂ ਦੇਖਾਂਗੇ ਕਿ ਛੰਦ ਦੇ ਲਈ ਜਿਹੜੇ ਢੁਕਵੇਂ ਨਿਯਮ ਨੇ ਉਹ ਕਿਹੜੇ-ਕਿਹੜੇ ਨੇ, ਤੇ ਉਸ ਤੋਂ ਬਾਅਦ ਚ ਛੰਦਾਂ ਦੇ ਬਾਰੇ ਗੱਲ ਕਰਾਂਗੇ। ਤਾਂ ਆਓ ਸਾਥੀਓ ਅੱਜ ਆਪਾਂ ਗੱਲ ਸ਼ੁਰੂ ਕਰਦੇ ਹਾਂ ਛੰਦ ਦੇ ਬਾਰੇ। ਜਦੋਂ ਆਪਾਂ ਛੰਦ ਦੀ ਗੱਲ ਕਰਦੇ ਹਾਂ ਤਾਂ ਪੁਰਾਤਨ ਕਾਲ ਤੋਂ ਹੀ ਛੰਦ ਨੂੰ ਕਵਿਤਾ ਦਾ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ। ਤਾਂ ਸਾਥੀਓ ਮੈਂ ਇਹ ਕਹਾਂਗਾ ਕਿ ਪੁਰਾਣੇ ਵੇਲੇ ਜੋ ਵੀ ਕਵਿਤਾ ਸੀ ਉਹ ਛੰਦ ਦੇ ਅੰਦਰ ਸੀ, ਉਸ ਦਾ ਕੋਈ ਨਾ ਕੋਈ ਛੰਦ ਜ਼ਰੂਰ ਸੀ। ਪਰ ਅਜੋਕੇ ਦੌਰ ਦੇ ਅੰਦਰ ਇਹ ਵਿਧਾ ਹੈ ਜਿਹੜੀ ਅਸੀਂ ਇੱਕ ਹੋਰ ਨਵੀਂ ਰਵਾਇਤ ਤੋਂ ਰੂਬਰੂ ਹੋ ਰਹੇ ਹਾਂ, ਛੰਦ ਮੁਕਤ ਕਵਿਤਾ ਤੋਂ। ਛੰਦ ਸ਼ਾਸਤਰ ਦਾ ਗਿਆਨ ਕਵੀ ਦਾ ਵੱਡਾ ਗੁਣ ਮੰਨਿਆ ਜਾਂਦਾ ਹੈ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਕਵੀ ਦਾ ਵੱਡਾ ਗੁਣ ਛੰਦ ਸ਼ਾਸਤਰ ਹੈ, ਕਿਉਂਕਿ ਜੇਕਰ ਕਿਸੇ ਕਵੀ ਨੂੰ ਛੰਦ ਦਾ ਨੌਲੇਜ ਨਹੀਂ ਹੈ, ਛੰਦ ਸ਼ਾਸਤਰ ਦਾ ਗਿਆਨ ਨਹੀਂ ਹੈ, ਤਾਂ ਉਹ ਕਵੀ ਨਹੀਂ ਬਣ ਸਕਦਾ। ਕਿਉਂਕਿ ਉਹ ਆਪਣੀ ਕਵਿਤਾ ਦੇ ਅੰਦਰ ਤੋਲ ਤੁਕਾਂਤ ਵਜਨ ਨਹੀਂ ਰੱਖ ਸਕਦਾ, ਤੇ ਉਹ ਤੋਲ ਤੁਕਾਂਤ ਵਜਨ ਫੇਰ ਹੀ ਰੱਖ ਸਕੇਗਾ ਜੇਕਰ ਉਸ ਨੂੰ ਛੰਦ ਸ਼ਾਸਤਰ ਦਾ ਗਿਆਨ ਹੈ। ਇਸੇ ਲਈ ਛੰਦ ਸ਼ਾਸਤਰ ਦੇ ਗਿਆਨ ਵਾਲਾ ਹੀ ਵੱਡਾ ਕਵੀ ਮੰਨਿਆ ਜਾਂਦਾ ਹੈ। ਇਸ ਲਈ ਪੁਰਾਤਨ ਅਤੇ ਮੱਧਕਾਲ ਵਿੱਚ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਤਾਂ ਇਹੀ ਇੱਕ ਕਾਰਨ ਸੀ ਕਿ ਪੁਰਾਣੇ ਵੇਲੇ ਛੰਦ ਤੋਂ ਬਿਨਾਂ ਕਵਿਤਾ ਨੂੰ ਸੋਚ ਵੀ ਨਹੀਂ ਸਕਦੇ ਸੀ ਕਿ ਬਿਨਾਂ ਛੰਦ ਤੋਂ ਕਵਿਤਾ ਹੋ ਜਾਏਗੀ। ਹਾਂ, 20ਵੀਂ ਸਦੀ ਦੇ ਅੰਦਰ ਜਾ ਕੇ ਸਾਨੂੰ ਇੱਕ ਨਵੀਂ ਰਵਾਇਤ ਕਵਿਤਾ ਦੀ ਜਿਹੜੀ ਆਰੰਭ ਹੋਈ, ਜਿਹਨੂੰ ਅਸੀਂ ਛੰਦ ਮੁਕਤ ਕਵਿਤਾ ਕਿਹਾ, ਉਸ ਦਾ ਪ੍ਰਚਲਨ ਆਇਆ ਹੈ। ਇਹ 20ਵੀਂ ਸਦੀ ਦੀ ਦੇਣ ਹੈ। ਛੰਦ ਬਾਰੇ ਦੁਨੀਆ ਦੀ ਹਰੇਕ ਭਾਸ਼ਾ ਦੇ ਸਾਹਿਤ ਵਿੱਚ ਚਰਚਾ ਹੁੰਦੀ ਆ ਰਹੀ ਹੈ। ਯਾਨੀ ਛੰਦ ਐਸਾ ਨਹੀਂ ਕਿ ਆਪਾਂ ਇਕੱਲਾ ਪੰਜਾਬੀ ਦੇ ਅੰਦਰ ਹੀ ਪੜ੍ਹ ਰਹੇ ਹਾਂ, ਛੰਦ ਹਰ ਭਾਸ਼ਾ ਦੇ ਅੰਦਰ ਪੜ੍ਹਿਆ ਜਾਂਦਾ ਹੈ। ਸੰਸਕ੍ਰਿਤ, ਹਿੰਦੀ, ਵਿਦੇਸ਼ੀ ਭਾਸ਼ਾਵਾਂ ਦੇ ਅੰਦਰ ਵੀ ਇਸ ਛੰਦ ਦੇ ਬਾਰੇ ਚਰਚਾ ਜ਼ਰੂਰ ਹੁੰਦੀ ਹੈ। ਭਾਰਤ ਵਿੱਚ ਛੰਦ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਵਿਦਿਆ ਸੀ। ਯਾਨੀ ਭਾਰਤ ਦੇ ਅੰਦਰ ਤਾਂ ਭਾਰਤ ਦੇ ਅੰਦਰ ਵੀ ਅਸੀਂ ਜੇਕਰ ਸੰਸਕ੍ਰਿਤ ਦੀ ਗੱਲ ਕਹੀਏ ਤਾਂ ਉਹ ਛੰਦਾਂ ਤੇ ਆਧਾਰਿਤ ਹੀ ਹੈ। ਸੰਸਕ੍ਰਿਤ ਦੀ ਜਿਹੜੀ ਭਾਸ਼ਾ ਹੈ ਉਹ ਛੰਦਾਂ ਤੇ ਆਧਾਰਿਤ ਅਸੀਂ ਕਹਿ ਸਕਦੇ ਹਾਂ। ਇਸ ਦੇ ਅੰਦਰ ਇਸ ਬਾਰੇ ਜ਼ਿਆਦਾ ਕੰਮ ਹੋਇਆ ਹੈ, ਜਿਸ ਨੂੰ ਉਦੋਂ ਛੰਦ ਸ਼ਾਸਤਰ ਦਾ ਨਾਂ ਦਿੱਤਾ ਗਿਆ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਛੰਦ ਦੇ ਬਾਰੇ ਜਿਹੜੀ ਜ਼ਰੂਰੀ ਵਿਦਿਆ ਹੈ ਉਹਨੂੰ ਆਪਾਂ ਕੀ ਨਾਮ ਦਿੱਤਾ? ਛੰਦ ਸ਼ਾਸਤਰ ਦਿੱਤਾ। ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਪਿੰਗਲ ਰਿਸ਼ੀ ਸੰਸਕ੍ਰਿਤ ਦਾ ਇੱਕ ਪ੍ਰਸਿੱਧ ਵਿਦਵਾਨ ਹੋਇਆ ਹੈ। ਤਾਂ ਸਾਥੀਓ ਇਹ ਬਹੁਤ ਵਾਰ ਸਿੱਧਾ ਹੀ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਕਿ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਕੌਣ ਹੋਇਆ ਹੈ? ਤਾਂ ਪਿੰਗਲ ਰਿਸ਼ੀ। ਉਸ ਨੇ ਸੰਸਕ੍ਰਿਤ ਦੇ ਛੰਦਾਂ ਦੇ ਨਿਯਮਾਂ ਦਾ ਵਰਣਨ ਆਪਣੇ ਗ੍ਰੰਥ ਛੰਦ ਸੂਤਰ ਵਿੱਚ ਕੀਤਾ। ਯਾਨੀ ਜਿਹੜਾ ਪਿੰਗਲ ਨਾਮ ਦਾ ਸੰਸਕ੍ਰਿਤ ਦਾ ਇੱਕ ਵਿਦਵਾਨ ਸੀ, ਉਹਨੇ ਸੰਸਕ੍ਰਿਤ ਦੇ ਛੰਦਾਂ ਦੇ ਨਿਯਮਾਂ ਦਾ ਇੱਕ ਗ੍ਰੰਥ ਲਿਖਿਆ ਸੀ। ਉਸ ਗ੍ਰੰਥ ਦਾ ਨਾਮ ਸੀ ਛੰਦ ਸੂਤਰ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਛੰਦ ਸੂਤਰ ਦਾ ਰਚੇਤਾ ਕੌਣ ਹੈ? ਪਿੰਗਲ ਰਿਸ਼ੀ। ਤੇ ਛੰਦ ਸੂਤਰ ਦੇ ਅੰਦਰ ਕੀ ਦੱਸਿਆ ਗਿਆ ਸੀ? ਉਹਦੇ ਅੰਦਰ ਸੰਸਕ੍ਰਿਤ ਦੇ ਛੰਦਾਂ ਦਾ ਵਰਣਨ ਸੀ। ਯਾਨੀ ਛੰਦ ਸੂਤਰ ਦੇ ਅੰਦਰ ਪਿੰਗਲ ਰਿਸ਼ੀ ਨੇ ਇਹ ਸਮਝਾਇਆ ਕਿ ਛੰਦ ਦੇ ਕਿਹੜੇ-ਕਿਹੜੇ ਨਿਯਮ ਨੇ
ਇਹਦਾ ਵਿਸਤਾਰ ਸਹਿਤ ਵਰਣਨ ਸੀ। ਇਹ ਗ੍ਰੰਥ ਸੀ ਇੱਕ, ਇਹਦੀ ਚਰਚਾ ਹਰ ਭਾਸ਼ਾ ਦੇ ਅੰਦਰ ਲਗਭਗ ਕਰ ਲਈ ਜਾਂਦੀ ਹੈ। ਪਿੰਗਲ ਰਿਸ਼ੀ ਦੀ ਰਚਨਾ ਹੋਣ ਕਾਰਨ ਛੰਦ ਸ਼ਾਸਤਰ ਨੂੰ ਪਿੰਗਲ ਹੀ ਕਹਿ ਦਿੱਤਾ ਜਾਂਦਾ ਹੈ। ਹੁਣ ਇੱਥੇ ਇੱਕ ਪਰੰਪਰਾ ਜੀ ਹੋ ਜਾਂਦੀ ਹੈ ਨਾ, ਜਿਵੇਂ ਆਪਾਂ ਆਪਣੇ ਪੰਜਾਬੀ ਸਾਹਿਤ ਦੇ ਅੰਦਰ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਪਰੰਪਰਾ, ਜਿਵੇਂ ਕਿ ਆਪਾਂ ਆਪਣੇ ਕੋਲੇ ਬਹੁਤ ਸਾਰੇ ਇੱਦਾਂ ਦੇ ਰਾਈਟਰ ਹੋਏ ਨੇ ਜਿਨ੍ਹਾਂ ਦੇ ਨਾਮ ਦੇ ਅੱਗੇ ਆਪਾਂ ਉਹਨਾਂ ਦੇ ਕੁਛ ਕਿਰਤਾਂ ਦਾ ਨਾਮ ਵੀ ਲਾ ਦਿੰਦੇ ਹਾਂ, ਜਾਂ ਫਿਰ ਉਹਨਾਂ ਦੇ ਸ਼ਹਿਰਾਂ ਦਾ ਨਾਮ ਲਾ ਦਿੰਦੇ ਹਾਂ, ਜਾਂ ਫਿਰ ਉਹਨਾਂ ਦੇ ਜਿਹੜੇ ਉਸ ਵੇਲੇ ਦੇ ਧੰਦੇ ਸੀ। ਤਾਂ ਜਿਵੇਂ ਕਾਲੇ ਪਾਣੀ ਇੱਕ ਐਸਾ ਸ਼ਬਦ ਹੈ ਜਿਹੜਾ ਕਿ ਉਸ ਦੇ ਨਾਮ ਦੇ ਨਾਲ ਜੁੜਿਆ ਉਸ ਦੀ ਸਜ਼ਾ ਦੇ ਕਾਰਨ ਪੰਜਾਬੀ ਸਾਹਿਤ ਦੇ ਅੰਦਰ ਜਦੋਂ ਆਪਾਂ ਪੜ੍ਹਦੇ ਹਾਂ। ਤੇ ਐਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਆ ਜਾਂਦੇ ਨੇ, ਜਿਵੇਂ ਸੁਰਜੀਤ ਪਾਤਰ, ਤਾਂ ਪੱਤੜ ਕਲਾਂ ਤੋਂ ਪਾਤਰ ਬਣਿਆ ਹੋਇਆ ਹੈ। ਤਾਂ ਬਹੁਤ ਸਾਰੇ ਸਿਰਲੇਖ ਹੁੰਦੇ ਨੇ ਇਨਸਾਨ ਦੇ ਨਾਮ ਦੇ ਨਾਲ ਇਸ ਕਾਰਨ ਜੁੜ ਜਾਂਦੇ ਨੇ ਕਿ ਉਸ ਦੀ ਪ੍ਰਸਿੱਧੀ ਦੇ ਹੋਣ ਦੇ ਕਾਰਨ। ਕਿਉਂਕਿ ਜਦੋਂ ਕੋਈ ਰਾਈਟਰ, ਕੋਈ ਵਿਦਵਾਨ ਕਿਸੇ ਇੱਕ ਚੀਜ਼ ਨੂੰ ਲੈ ਕੇ ਜ਼ਿਆਦਾ ਪ੍ਰਸਿੱਧ ਹੋ ਜਾਂਦਾ ਹੈ ਤਾਂ ਲੋਕ ਉਸ ਦੇ ਨਾਮ ਦੇ ਨਾਲ ਹੀ ਉਸ ਦੀ ਕਿਰਤ ਦਾ ਨਾਮ ਵੀ ਜੋੜ ਦਿੰਦੇ ਨੇ। ਤਾਂ ਇਸ ਕਾਰਨ ਲੋਕਾਂ ਨੇ ਪਿੰਗਲ ਰਿਸ਼ੀ ਨੂੰ ਛੰਦ ਸ਼ਾਸਤਰ ਦੇ ਕਾਰਨ ਪਿੰਗਲ ਹੀ ਕਹਿਣਾ ਸ਼ੁਰੂ ਕਰ ਦਿੱਤਾ। ਫਿਰ ਇਸ ਦੇ ਅੰਦਰ ਆ ਗਿਆ, ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ, ਪਿੰਗਲਬਾਜ਼ ਕਵੀਸ਼ਰੀ ਗੀਤਾਬਾਜ਼ ਗਿਆਨ। ਯਾਨੀ ਇਹ ਗੱਲ ਕਹੀ ਜਾਂਦੀ ਹੈ, ਕਹਾਵਤ ਦੇ ਤੌਰ ਤੇ ਇਹ ਗੱਲ ਆਉਂਦੀ ਹੈ ਆਪਣੇ ਕੋਲ ਕਿ ਪਿੰਗਲਬਾਜ਼ ਕਵੀਸ਼ਰੀ ਤੇ ਗੀਤਾਬਾਜ਼ ਗਿਆਨ। ਤਾਂ ਇਹ ਸਾਥੀਓ ਸੀ ਆਪਣੇ ਮਹੱਤਵਪੂਰਨ ਜਾਣਕਾਰੀ ਕਿ ਪਿੰਗਲ ਨਾਮ ਦਾ ਜਿਹੜਾ ਇੱਕ ਰਿਸ਼ੀ ਹੈ ਉਹ ਸੰਸਕ੍ਰਿਤ ਦਾ ਵਿਦਵਾਨ ਹੋਇਆ ਹੈ। ਉਹਨੇ ਆਪਣਾ ਗ੍ਰੰਥ ਲਿਖਿਆ ਜਿਸ ਗ੍ਰੰਥ ਦਾ ਨਾਮ ਸੀ ਛੰਦ ਸੂਤਰ। ਉਸ ਦੇ ਅੰਦਰ ਛੰਦਾਂ ਦੇ ਨਿਯਮਾਂ ਦਾ ਵਰਣਨ ਕੀਤਾ ਸੀ। ਲੋਕ ਉਸ ਨੂੰ ਪਿੰਗਲ ਰਿਸ਼ੀ ਨੂੰ ਛੰਦ ਸ਼ਾਸਤਰ ਦੇ ਕਾਰਨ ਉਸ ਨੂੰ ਪਿੰਗਲ ਹੀ ਕਹਿਣਾ ਸ਼ੁਰੂ ਕਰ ਦਿੱਤਾ। ਤੇ ਐਸੇ ਕਾਰਨ ਇੱਕ ਕਹਾਵਤ ਦੇ ਅੰਦਰ ਵੀ ਇਹ ਗੱਲ ਆਉਂਦੀ ਹੈ, ਪੰਜਾਬੀ ਦੀ ਜੋ ਕਹਾਵਤ ਹੈ ਕਿ ਪਿੰਗਲਬਾਜ਼ ਕਵੀਸ਼ਰੀ ਤੇ ਗੀਤਾਬਾਜ਼ ਗਿਆਨ। ਯਾਨੀ ਅਸੀਂ ਇਹ ਕਹਿ ਸਕਦੇ ਕਿ ਪਿੰਗਲ ਤੋਂ ਬਿਨਾਂ ਤਾਂ ਕਵੀਸ਼ਰੀ ਨਹੀਂ ਹੋ ਸਕਦੀ ਤੇ ਗੀਤਾ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਫਿਰ ਇਸ ਤੋਂ ਬਾਅਦ ਜਦੋਂ ਆਪਾਂ ਇਸ ਦੇ ਬਾਰੇ ਹੋਰ ਗੱਲ ਕਰਦੇ ਹਾਂ ਸਾਥੀਓ, ਤਾਂ ਆਪਣੇ ਕੋਲ ਆ ਜਾਂਦਾ ਹੈ ਕਿ ਕਵਿਤਾ ਦੇ ਪ੍ਰਭਾਵ ਵਿੱਚ ਛੰਦ ਦਾ ਆਪਣਾ ਖਾਸ ਤਰ੍ਹਾਂ ਦਾ ਮਨੋਵਿਗਿਆਨਿਕ ਯੋਗਦਾਨ ਹੁੰਦਾ ਹੈ। ਯਾਨੀ ਕਵਿਤਾ ਦੇ ਅੰਦਰ ਜਿਹੜੇ ਮਹੱਤਵਪੂਰਨ ਤੱਤ ਹੁੰਦੇ ਨੇ, ਜਿਵੇਂ ਕਿ ਆਪਾਂ ਕਵਿਤਾ ਦੇ ਤੱਤਾਂ ਦੀ ਗੱਲ ਕਰਦੇ ਹਾਂ, ਰਸ, ਛੰਦ, ਅਲੰਕਾਰ, ਕਵਿਤਾ ਦੀ ਭਾਸ਼ਾ, ਉਸ ਦਾ ਵਿਸ਼ਾ ਵਸਤੂ, ਤਾਂ ਇਹ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਨੇ, ਉਹਦੇ ਅੰਦਰ ਇੱਕ ਛੰਦ ਹੈ ਜਿਹੜਾ ਉਹਦਾ ਆਪਣਾ ਹੀ ਇੱਕ ਮਹੱਤਵ ਹੈ। ਕਵਿਤਾ ਸਿਰਜਣਾ ਵਿੱਚ ਛੰਦ ਦੀ ਜੁਗਤ ਨੂੰ ਪ੍ਰਭਾਵਸ਼ਾਲੀ ਜੁਗਤ ਮੰਨਿਆ ਜਾਂਦਾ ਹੈ, ਕਿਉਂਕਿ ਛੰਦ ਯਾਨੀ ਕਵਿਤਾ ਦੇ ਅੰਦਰ ਛੰਦ ਨੂੰ ਪ੍ਰਭਾਵਸ਼ਾਲੀ ਆਪਾਂ ਮੰਨਦੇ ਹਾਂ। ਇਹਦੇ ਪਿੱਛੇ ਕਾਰਨ ਹੈ, ਹੁਣ ਇਹਨਾਂ ਦੇ ਅੰਦਰ ਇਹ ਕਾਰਨ ਦੱਸੇ ਗਏ ਨੇ। ਕਵਿਤਾ ਦੇ ਭਾਵਾਂ ਤੇ ਖਿਆਲਾਂ ਨੂੰ ਤਿੱਖਾ ਕਰਦੇ ਹਨ। ਯਾਨੀ ਛੰਦ ਕੀ ਕਰਦਾ ਹੈ, ਕਵਿਤਾ ਦੇ ਜਿਹੜੇ ਭਾਵ ਹੁੰਦੇ ਨੇ ਤੇ ਖਿਆਲ ਹੁੰਦੇ ਨੇ ਉਹਨਾਂ ਨੂੰ ਤਿੱਖਾ ਕਰਨ ਦਾ ਕੰਮ ਛੰਦ ਕਰਦੇ ਨੇ। ਇਸ ਤਰੀਕੇ ਦੇ ਵੀ ਪ੍ਰਸ਼ਨ ਪੁੱਛੇ ਜਾ ਸਕਦੇ ਨੇ, ਜਿਵੇਂ ਕਿ ਇੱਕ ਪ੍ਰਸ਼ਨ ਦੇ ਕੇ ਕਿ ਛੰਦ ਜੁਗਤ ਦੀ ਵਰਤੋਂ ਹੁੰਦੀ ਹੈ, ਹੇਠ ਲਿਖੇ ਕਾਰਨਾਂ ਵਿੱਚੋਂ ਕਿਹੜਾ ਨਹੀਂ ਹੈ ਜਾਂ ਕਿਹੜਾ ਹੈ, ਤਾਂ ਇਹਨਾਂ ਦੇ ਅੰਦਰੋਂ ਕੋਈ ਗੱਲਾਂ ਲਿਖ ਸਕਦੇ ਨੇ। ਫਿਰ ਆਪਣੇ ਕੋਲੇ ਆ ਜਾਂਦਾ ਇਸ ਤੋਂ ਬਾਅਦ 'ਚ ਭਾਵਾਂ ਤੇ ਖਿਆਲਾਂ ਨੂੰ ਇੱਕ ਲੜੀ ਵਿੱਚ ਪਰੋਂਦੇ ਨੇ, ਯਾਨੀ ਇਹਨਾਂ ਨੂੰ ਇੱਕ ਕਰਮਬੱਧ ਦੇਣ ਦੇ ਲਈ ਵੀ ਛੰਦ ਦੀ ਸਿਰਜਣਾ ਕੀਤੀ ਗਈ ਹੈ। ਫਿਰ ਇਸ ਤੋਂ ਬਾਅਦ 'ਚ ਆ ਗਿਆ ਕਵਿਤਾ ਨੂੰ ਸੱਜਰਾਪਣ ਤਾਜ਼ਗੀ ਬਖਸ਼ਦੇ ਨੇ, ਯਾਨੀ ਕਵਿਤਾ ਨੂੰ ਛੰਦ ਨੇ ਜਿਹੜੇ ਉਹ ਇੱਦਾਂ ਦਾ ਬਣਾ ਦਿੰਦੇ ਨੇ ਜਿਵੇਂ ਕਿ ਉਹ ਸੱਜਰੀ ਹੀ ਲਿਖੀ ਗਈ ਹੋਵੇ, ਉਹ ਤਾਜ਼ੀ ਹਰ ਵੇਲੇ ਤਾਜ਼ੀ ਜਾਪਦੀ ਹੈ। ਫਿਰ ਇਸ ਤੋਂ ਬਾਅਦ 'ਚ ਗੱਲ ਆ ਜਾਂਦੀ ਹੈ ਕਵਿਤਾ ਦੇ ਪ੍ਰਭਾਵ ਵਿੱਚ ਵਾਧਾ ਕਰਦੇ ਨੇ। ਇਹ ਤਾਂ ਬਿਲਕੁਲ ਹੈ ਹੀ ਹੈ ਸਾਥੀਓ ਕਿ ਪ੍ਰਭਾਵ ਤਾਂ ਵਧੇਗਾ ਹੀ ਨਾ, ਜਦੋਂ ਉਸ ਦੇ ਅੰਦਰ ਬਹੁਤ ਸਾਰੀਆਂ ਖੂਬੀਆਂ ਲੈ ਕੇ ਕੋਈ ਚੀਜ਼ ਆਏਗੀ ਤਾਂ ਉਹਦਾ ਪ੍ਰਭਾਵ ਤਾਂ ਵਧਣਾ ਤੈਅ ਹੈ। ਫਿਰ ਇਸ ਤੋਂ ਬਾਅਦ 'ਚ ਆ ਗਿਆ ਕਵਿਤਾ ਨੂੰ ਰਸ ਤੇ ਰਾਗ ਪੈਦਾ ਕਰਦੇ ਨੇ। ਹਾਂ, ਇਹ ਗੱਲ ਬਹੁਤ ਢੁਕਵੀਂ ਹੈ ਕਿ ਕਵਿਤਾ ਨੂੰ ਰਸ ਤੇ ਰਾਗ ਛੰਦਾਂ ਦੇ ਕਾਰਨ ਮਿਲਦਾ ਹੈ। ਜੇਕਰ ਛੰਦ ਨਹੀਂ ਹੋਏਗਾ ਤਾਂ ਉਸ ਨੂੰ ਅਸੀਂ ਰਾਗ ਬੱਧ ਨਹੀਂ ਕਰ ਸਕਦੇ, ਉਹਦੇ ਅੰਦਰ ਰਸ ਦੀ ਵੀ ਬਹੁਤ ਹੱਦ ਤੱਕ ਹੀਣਤਾ ਹੋ ਜਾਏਗੀ।
ਤਾਂ ਛੰਦਾਂ ਦੇ ਨਾਲ ਹੀ ਰਸ ਨੇ, ਕਿਉਂਕਿ ਤੁਕਾਂਤ ਜਿਹੜੀਆਂ ਇਹ ਚੀਜ਼ਾਂ ਨੇ ਇਹ ਅੱਗੇ ਚੱਲ ਕੇ ਆਪ ਨੂੰ ਸਮਝਾਈਆਂ ਜਾਣਗੀਆਂ। ਇਹ ਚੀਜ਼ਾਂ ਨੇ, ਇਹ ਕੋਈ ਵੀ ਕਵਿਤਾ ਹੈ ਜਿਹੜੀ ਉਸ ਨੂੰ ਰਾਗ ਦੇਣ ਦੇ ਲਈ ਹੀ ਹੁੰਦੀਆਂ ਨੇ। ਫਿਰ ਆਪਣੇ ਕੋਲ ਇੱਕ ਪੁਆਇੰਟ ਆ ਜਾਂਦਾ ਸਾਥੀਓ ਕਿ ਕਵੀ ਅਤੇ ਪਾਠਕ ਵਿੱਚ ਸੁਖਾਵਾਂ ਰਿਸ਼ਤਾ ਕਾਇਮ ਕਰਦੇ ਨੇ। ਇਹ ਗੱਲ ਤਾਂ ਤੈਅ ਹੀ ਹੈ, ਜਦੋਂ ਕੋਈ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਸੁੱਖ ਦੇਣ ਵਾਲਾ ਰਿਸ਼ਤਾ ਤਾਂ ਕਾਇਮ ਹੋ ਹੀ ਜਾਂਦਾ ਹੈ। ਤਾਂ ਰਸ ਦਾ ਜਿਹੜਾ ਸਾਥੀਓ ਯੋਗਦਾਨ ਹੈ, ਛੰਦ ਦਾ ਜੋ ਯੋਗਦਾਨ ਹੈ ਉਹ ਇਹੀ ਹੈ ਕਿ ਕਵਿਤਾ ਨੂੰ ਕਵਿਤਾ ਦੇ ਜਿਹੜੇ ਖਿਆਲ ਤੇ ਭਾਵ ਹੁੰਦੇ ਨੇ ਉਹਨਾਂ ਨੂੰ ਤਿੱਖਾ ਕਰਦੇ ਨੇ, ਲੜੀ 'ਚ ਪਰੋਂਦੇ ਨੇ, ਉਹਨੂੰ ਸੱਜਰਾਪਨ ਤਾਜ਼ਗੀ ਬਖਸ਼ਦੇ ਨੇ, ਉਹਦੇ ਪ੍ਰਭਾਵ 'ਚ ਵਾਧਾ ਕਰਦੇ ਨੇ। ਰਸ ਦੇ ਨਾਲ ਨਾਲ ਉਹ ਰਾਗ ਵੀ ਪੈਦਾ ਕਰਦੇ ਨੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਕਵੀ ਅਤੇ ਉਹ ਜਿਹੜਾ ਉਸ ਕਵਿਤਾ ਨੂੰ ਪੜ੍ਹਨ ਵਾਲਾ ਹੈ ਉਹਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਨ ਦੇ ਲਈ ਇੱਕ ਰਿਸ਼ਤਾ ਬਣਾਉਣ ਦਾ ਕੰਮ ਕਰਦੇ ਨੇ। ਕਿਉਂਕਿ ਜਦੋਂ ਅਸੀਂ ਕੋਈ ਕਵਿਤਾ ਪੜ੍ਹ ਕੇ ਅਸੀਂ ਆਨੰਦਿਤ ਹੁੰਦੇ ਹਾਂ ਤਾਂ ਉਸ ਦਾ ਸੂਝ ਸਵਾਦ ਮਾਣਦੇ ਹਾਂ, ਤਾਂ ਸਾਨੂੰ ਉਸ ਰਾਈਟਰ ਦੀ ਵੀ ਯਾਦ ਆ ਜਾਂਦੀ ਹੈ ਅਤੇ ਹਮੇਸ਼ਾ ਉਸ ਰਾਈਟਰ ਨੂੰ ਅਸੀਂ ਯਾਦ ਕਰਦੇ ਹਾਂ। ਇਸ ਲਈ ਸਾਡਾ ਇੱਕ ਨਾ ਜਾਣਦੇ ਹੋਏ ਵੀ ਇੱਕ ਬਹੁਤ ਵਧੀਆ ਰਿਸ਼ਤਾ ਲੇਖਕ ਅਤੇ ਜਿਹੜਾ ਪਾਠਕ ਹੈ ਉਹਦੇ ਵਿਚਾਲੇ ਬਣ ਜਾਂਦਾ ਹੈ। ਫਿਰ ਇਸ ਤੋਂ ਬਾਅਦ 'ਚ ਆਪਣੇ ਕੋਲ ਜਿਹੜੀ ਗੱਲ ਆ ਜਾਂਦੀ ਹੈ ਸਾਥੀਓ ਉਹ ਛੰਦ ਦੇ ਬਾਰੇ ਹੀ ਹੈ। ਅੱਜ ਆਪਾਂ ਇਸ ਦੇ ਅੰਦਰ ਛੰਦ ਦੇ ਬਾਰੇ ਹੀ ਜਾਣਨਾ ਹੈ। ਛੰਦ ਕਵਿਤਾ ਦਾ ਅਹਿਮ ਤੱਤ ਹੈ, ਇਹ ਗੱਲ ਆਪਾਂ ਦੇਖ ਹੀ ਚੁੱਕੇ ਹਾਂ, ਜਿਸ ਨਾਲ ਕਵਿਤਾ ਵਿੱਚ ਅੰਦਰਲਾ ਅਤੇ ਬਾਹਰਲਾ ਅਨੁਸ਼ਾਸਨ ਆ ਜਾਂਦਾ ਹੈ। ਤਾਂ ਇਹ ਗੱਲ ਬਹੁਤ ਜ਼ਰੂਰੀ ਹੈ ਸਾਥੀਓ, ਅੰਦਰਲਾ ਅਤੇ ਬਾਹਰਲਾ। ਅੰਦਰਲਾ ਤਾਂ ਇਹ ਹੋ ਗਿਆ ਕਿ ਕਵਿਤਾ ਦੀ ਜਿਹੜੀਆਂ ਤੋਲ ਤੁਕਾਂਤ ਵਜਨ ਹੈ ਉਸ ਨੂੰ ਸੀਮਿਤ ਕਰਦਾ ਹੈ। ਬਾਹਰਲਾ ਇਹ ਹੋ ਗਿਆ ਕਿ ਉਸ ਨੂੰ ਜਦੋਂ ਆਪਾਂ ਕਿਸੇ ਰਾਗ ਦੇ ਅੰਦਰ ਜਾਂ ਫਿਰ ਕੋਈ ਇਹ ਕਹਿ ਦਈਏ ਕਿਸੇ 'ਤੇ ਪ੍ਰਭਾਵ ਪਾਉਣ ਦੇ ਲਈ ਜਿਹੜੇ ਨਿਯਮ ਨੇ ਉਹਨਾਂ ਨੂੰ ਉਹ ਸੰਗਠਿਤ ਕਰ ਲੈਂਦਾ ਹੈ। ਛੰਦ ਆਮ ਜਾਂ ਫਿਰ ਸਮਾਨਯ ਭਾਸ਼ਾ ਵਿੱਚੋਂ ਪੈਦਾ ਹੋਈ ਵਿਸ਼ੇਸ਼ ਭਾਸ਼ਾ ਹੈ। ਯਾਨੀ ਛੰਦ ਅਸਲ ਦੇ ਅੰਦਰ ਆਪਾਂ ਕੀ ਕਹਿ ਸਕਦੇ ਹਾਂ, ਛੰਦ ਇਹ ਹੈ ਕਿ ਆਮ ਜਾਂ ਜਿਹੜੀ ਜਨਰਲ ਭਾਸ਼ਾ ਹੈ ਉਹਦੇ ਅੰਦਰੋਂ ਜਿਹੜੀ ਪੈਦਾ ਹੋਈ ਕੋਈ ਵਿਸ਼ੇਸ਼ ਭਾਸ਼ਾ ਹੋਵੇ ਉਸ ਨੂੰ ਆਪਾਂ ਛੰਦ ਕਹਿੰਦੇ ਹਾਂ, ਜਿਸ ਵਿੱਚੋਂ ਭਾਸ਼ਾਈ ਸੰਗੀਤ ਉਪਜਦਾ ਹੈ। ਯਾਨੀ ਇਸ ਦੀ ਹੋਂਦ ਕਾਰਨ ਹੀ, ਛੰਦ ਦੀ ਹੋਂਦ ਦੇ ਕਾਰਨ ਹੀ ਸੰਗੀਤ ਦੀ ਉਤਪਤੀ ਹੁੰਦੀ ਹੈ। ਯਾਨੀ ਇੱਕ ਸੰਗੀਤ ਸਾਨੂੰ ਜਿਸ ਦੀਆਂ ਮਧੁਰ ਧੁਨੀਆਂ ਨੇ ਜਿਹੜੀਆਂ ਉਹ ਸਾਨੂੰ ਆਨੰਦਿਤ ਕਰਦੀਆਂ ਨੇ, ਸੂਝ ਸਵਾਦ ਦਿੰਦੀਆਂ ਨੇ। ਭਾਸ਼ਾ ਛੰਦ ਦੇ ਸਾਂਚੇ ਵਿੱਚ ਫਲ ਕੇ ਸੂਝ ਸੌਂਦਰਯ ਪੈਦਾ ਕਰਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਵਿੱਚ ਪੇਸ਼ ਕੀਤੀਆਂ ਭਾਸ਼ਾਈ ਧੁਨੀਆਂ ਦਾ ਨੇਮਬੱਧ ਸੰਗਠਨ ਹੀ ਛੰਦ ਹੁੰਦਾ ਹੈ। ਯਾਨੀ ਆਪਾਂ ਛੰਦ ਕਿਸ ਨੂੰ ਕਹਿ ਸਕਦੇ ਹਾਂ ਕਿ ਨਿਯਮਾਂ ਦੇ ਅਨੁਸਾਰ ਇੱਕ ਸੰਗਠਨ ਦੇ ਤਹਿਤ ਜਿਹੜੀਆਂ ਕਵਿਤਾ ਦੇ ਅੰਦਰ ਭਾਸ਼ਾਈ ਧੁਨੀਆਂ ਪੇਸ਼ ਕਰ ਦਿੰਦੇ ਹਾਂ ਉਹਨੂੰ ਆਪਾਂ ਛੰਦ ਕਹਿ ਸਕਦੇ ਹਾਂ। ਜਾਂ ਫਿਰ ਇੱਕ ਗੱਲ ਹੋਰ ਕਹੀ ਗਈ ਹੈ ਕਿ ਕਵਿਤਾ ਵਿੱਚ ਮਾਤਰਾ ਜਾਂ ਵਰਨਾਂ ਦੀ ਖਾਸ ਵਿਉਂਤ ਨਾਲ ਜੋ ਸੁਰ ਤਾਲ ਤੇ ਤੁਕਾਂਤ ਮੇਲ ਹੁੰਦਾ ਹੈ ਉਹ ਛੰਦ ਹੈ। ਜਾਂ ਫਿਰ ਦੂਜੀ ਪਰਿਭਾਸ਼ਾ ਆਪਾਂ ਇਹ ਦੇ ਸਕਦੇ ਹਾਂ ਕਿ ਕਵਿਤਾ ਦੇ ਅੰਦਰ ਮਾਤਰਾ ਵਰਨਾਂ ਦੇ ਵਿਉਂਤ ਦੇ ਨਾਲ ਜਦੋਂ ਕੋਈ ਖਾਸ ਸੁਰ ਤਾਲ ਤੁਕਾਂਤ ਮੇਲ ਹੋਵੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ, ਉਹਨੂੰ ਵੀ ਆਪਾਂ ਛੰਦ ਕਹਿ ਦੇਵਾਂਗੇ। ਫਿਰ ਇਸ ਤੋਂ ਬਾਅਦ ਆਪਣੇ ਕੋਲ ਗੱਲ ਹੈ ਕਿ ਭਾਵੇਂ ਆਧੁਨਿਕ ਕਾਵਿ ਵਿੱਚ ਮੁਕਤ ਛੰਦ ਕਵਿਤਾ ਲਿਖਣ ਦਾ ਰੁਝਾਨ ਹੈ, ਚਾਹੇ ਅੱਜ ਕੱਲ੍ਹ ਸਾਡੇ ਕੋਲ ਕਵਿਤਾ ਦੇ ਅੰਦਰ ਮੁਕਤ ਛੰਦ ਲਿਖਣ ਦੀ ਪਰੰਪਰਾ ਹੈ, ਪਰ ਇਸ ਨਾਲ ਕਾਵਿ ਭਾਸ਼ਾ ਦੀ ਜ਼ਿੰਮੇਵਾਰੀ ਅਤੇ ਮਹੱਤਵ ਵਧਿਆ ਹੈ। ਨਿਰਸੰਦੇਹ ਸ੍ਰੇਸ਼ਟ ਕਵਿਤਾ ਛੰਦ ਮੁਕਤ ਵੀ ਹੋ ਸਕਦੀ ਹੈ ਅਤੇ ਛੰਦ ਯੁਕਤ ਵੀ ਹੋ ਸਕਦੀ ਹੈ। ਯਾਨੀ ਇਹ ਗੱਲ ਆਪਾਂ ਪਹਿਲੇ ਕਰਕੇ ਆ ਚੁੱਕੇ ਹਾਂ ਕਿ 20ਵੀਂ ਸਦੀ ਤੋਂ ਬਾਅਦ 'ਚ ਛੰਦ ਮੁਕਤ ਕਵਿਤਾ ਦੀ ਪਰੰਪਰਾ ਵੀ ਸ਼ੁਰੂ ਹੋ ਗਈ। ਤਾਂ ਬਿਨਾਂ ਕਿਸੇ ਸ਼ੱਕ ਤੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਵਧੀਆ ਕਵਿਤਾ ਛੰਦ ਮੁਕਤ ਅਤੇ ਛੰਦ ਯੁਕਤ ਯਾਨੀ ਛੰਦ ਵਾਲੀ ਵੀ ਅਤੇ ਬਿਨਾਂ ਛੰਦ ਤੋਂ ਵੀ ਹੋ ਸਕਦੀ ਹੈ। ਕਿਉਂਕਿ ਪੁਰਾਤਨ ਕਵਿਤਾ ਹੈ ਜਿਹੜੀ ਉਹ ਆਪਾਂ ਨੂੰ ਛੰਦਾਂ ਦੇ ਅੰਦਰ ਮਿਲਦੀ ਹੈ ਅਤੇ ਅਜੋਕੇ ਦੌਰ ਦੇ ਅੰਦਰ ਆਪਾਂ ਨੂੰ ਦੋਨੇ ਵਿਧਾਵਾਂ ਦੇ ਅੰਦਰ ਕਵਿਤਾ ਮਿਲਣੀ ਆਰੰਭ ਹੋ ਗਈ ਹੈ। ਪਰੰਤੂ ਕਵਿਤਾ ਵਿੱਚ ਛੰਦ ਦਾ ਮਹੱਤਵ ਬਣਿਆ ਹੋਇਆ ਹੈ ਅਤੇ ਬਣਿਆ ਰਹੇਗਾ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਹੈ ਜਿਹੜਾ ਆਪਣੇ ਕੋਲੇ ਕਵਿਤਾ ਦਾ ਅੰਦਰ ਛੰਦ ਦਾ ਜੋ ਯੋਗਦਾਨ ਹੈ ਉਹ ਬਣਿਆ ਹੈ ਅਤੇ ਇਹ ਸਦਾ ਹੀ ਬਣਿਆ ਰਹੇਗਾ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਛੰਦ ਹੈ ਜਿਹੜਾ ਕਵਿਤਾ ਦੇ ਅੰਦਰ ਆਪਣੀ ਥਾਂ ਸਦਾ ਕਾਇਮ ਰੱਖੇਗਾ, ਚਾਹੇ ਉਹ ਪੁਰਾਤਨ ਕਵਿਤਾ ਦੇ ਅੰਦਰ ਹੀ
ਜਿਹੜੇ ਛੰਦ ਸਨ ਉਹਨਾਂ ਦੇ ਰੂਪ ਦੇ ਅੰਦਰ ਰੱਖੇ ਜਾਂ ਫਿਰ ਕਿਸੇ ਨਵੇਂ ਰੂਪ ਦੇ ਅੰਦਰ ਰੱਖੇ, ਤਾਂ ਉਹ ਆਪਣਾ ਥਾਂ ਹੈ ਜਿਹੜਾ ਉਹ ਕਵਿਤਾ ਦੇ ਅੰਦਰ ਸਦਾ ਬਣਾਈ ਰੱਖੇਗਾ। ਫਿਰ ਇਸ ਤੋਂ ਬਾਅਦ 'ਚ ਸਾਥੀਓ ਇਹ ਤਾਂ ਸੀ ਛੰਦ ਦੇ ਬਾਰੇ ਜਾਣਕਾਰੀ। ਤੇ ਇਸ ਛੰਦ ਨੂੰ ਸਿੱਖਣ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਸਿੱਖਣੀਆਂ ਪੈਣੀਆਂ, ਇੱਥੇ ਉਹਨਾਂ ਦਾ ਵਰਣਨ ਹੈ। ਜਿਵੇਂ ਕਿ ਪਰਿਭਾਸ਼ਿਕ ਸ਼ਬਦ ਦਿੱਤੇ ਨੇ, ਜਿਵੇਂ ਕਿ ਵਰਨ। ਤਾਂ ਸਾਥੀਓ ਛੰਦ ਸਿੱਖਣ ਤੋਂ ਪਹਿਲੇ ਆਪਾਂ ਨੂੰ ਇਹ ਸਿੱਖਣਾ ਪਏਗਾ ਕਿ ਵਰਨ ਕੀ ਹੁੰਦੇ ਨੇ, ਕਿਉਂਕਿ ਵਰਨਾਂ ਦਾ ਯੋਗਦਾਨ ਛੰਦ ਦੇ ਅੰਦਰ ਇੰਪੋਰਟੈਂਟ ਹੈ। ਲਗਾਂ ਸਿੱਖਣੀਆਂ ਪੈਣਗੀਆਂ, ਲਗਾਂ ਦੇ ਬਾਰੇ ਵੀ ਆਪਾਂ ਨੂੰ ਜਾਣਨਾ ਪਏਗਾ ਕਿ ਲਗਾਂ ਕੀ ਹੁੰਦੀਆਂ ਨੇ, ਫਿਰ ਹੀ ਆਪਾਂ ਛੰਦ ਦੇ ਬਾਰੇ ਸਿੱਖ ਸਕਦੇ ਹਾਂ। ਮਾਤਰਾ ਦਾ ਵੀ ਆਪਾਂ ਨੂੰ ਸਿੱਖਣਾ ਪਏਗਾ ਕਿ ਮਾਤਰਾ ਕੀ ਹੈ, ਇਸ ਦਾ ਪਤਾ ਕਿਵੇਂ ਲਾਇਆ ਜਾਵੇ, ਕਿੰਨੀਆਂ ਮਾਤਰਾਵਾਂ ਨੇ। ਤਾਂ ਇਹ ਚੀਜ਼ਾਂ ਆਪਾਂ ਛੰਦ ਸਿੱਖਣ ਤੋਂ ਪਹਿਲੇ ਸਿੱਖਣੀਆਂ ਪੈਣੀਆਂ, ਫਿਰ ਛੰਦ ਦੀ ਪਹਿਚਾਣ ਕਰ ਸਕਾਂਗੇ, ਛੰਦ ਨੂੰ ਆਪਾਂ ਜਾਣ ਸਕਾਂਗੇ। ਇਸ ਦੇ ਨਾਲ ਨਾਲ ਆਪਣੇ ਕੋਲੇ ਲਘੂ ਵਰਨ, ਗੁਰੂ ਵਰਨ, ਤੁਕ, ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ। ਇਹ ਸਭ ਚੀਜ਼ਾਂ ਨੇ ਜਿਹੜੀਆਂ ਸਾਥੀਓ ਇਹ ਛੰਦ ਤੋਂ ਪਹਿਲੇ ਸਿੱਖਣੀਆਂ ਪੈਣਗੀਆਂ। ਇਹ ਚੀਜ਼ਾਂ ਸਿੱਖ ਕੇ ਹੀ ਆਪਾਂ ਛੰਦ ਦੀ ਚਰਚਾ ਕਰ ਸਕਦੇ ਹਾਂ। ਇਸ ਦੇ ਅਭਾਵ 'ਚ ਆਪਾਂ ਛੰਦ ਨਹੀਂ ਸਿੱਖ ਸਕਦੇ। ਗਣ ਯਾਨੀ ਗਣ ਕੀ ਹੁੰਦੇ ਨੇ, ਚਰਨ ਕਿਹੜਾ ਹੁੰਦਾ ਹੈ, ਤੁਕਾਂਤ ਕੀ ਹੈ, ਵਿਸ਼ਰਾਮ ਕੀ ਹੈ, ਤੁਕਾਂਗ ਕੀ ਹੈ, ਤੇ ਲਾਸਟ ਦੇ ਅੰਦਰ ਇੱਕ ਗੱਲ ਹੋਰ ਦੇਖਾਂਗੇ ਕਿ ਛੰਦ ਦੇ ਕਿਹੜੇ-ਕਿਹੜੇ ਪ੍ਰਕਾਰ ਨੇ। ਉਸ ਤੋਂ ਬਾਅਦ 'ਚ ਆਪਾਂ ਛੰਦ ਦੀ ਚਰਚਾ ਸ਼ੁਰੂ ਕਰਾਂਗੇ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਜਾਣਕਾਰੀ ਬੜੀ ਵਧੀਆ ਲੱਗੀ ਹੋਏਗੀ ਤੇ ਆਪ ਦੇ ਗਿਆਨ ਵਿੱਚ ਵਾਧਾ ਕਰੇਗੀ। ਤੇ ਜ਼ਰੂਰ ਤੁਸੀਂ ਅਗਲੇ ਵੀਡੀਓ ਦੇ ਲਈ ਵੇਟ ਕਰੋਗੇ ਕਿ ਇਹ ਚੀਜ਼ਾਂ ਸਿੱਖੀਏ ਤੇ ਛੰਦ ਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰ ਸਕੀਏ। ਐਸੇ ਤਰੀਕੇ ਨਾਲ ਸਾਥੀਓ ਚੈਨਲ ਨੂੰ ਪਿਆਰ ਤੇ ਸਤਿਕਾਰ ਦਿੰਦੇ ਰਹਿਣਾ, ਕਮੈਂਟ ਕਰਕੇ ਮੈਨੂੰ ਜਗਾਉਂਦੇ ਰਹਿਣਾ ਕਿ ਮੈਂ ਇਹ ਵੀਡੀਓ ਨੇ ਜਿਹੜੇ ਆਪ ਨੂੰ ਕਿੰਨਾ ਕੁ ਲਾਭਕਾਰੀ ਸਿੱਧ ਹੋ ਰਹੇ ਨੇ, ਵਧੀਆ ਲੱਗ ਰਹੇ ਨੇ। ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਆਪ ਦੇ ਲਾਈਕ, ਸ਼ੇਅਰ ਤੇ ਕਮੈਂਟ ਨੇ ਜਿਹੜੇ ਸਾਥੀਓ ਉਹੀ ਮੇਰੀ ਅਸਲੀ ਕਮਾਈ ਹੈ। ਮੇਰਾ ਐਸਾ ਕੋਈ ਪਰਪਸ ਨਹੀਂ ਹੈ ਕਿ ਆਪ ਨੂੰ ਕਦੇ ਵੀ ਮੈਂ ਫੀਸ ਲੈ ਕੇ ਇਹ ਜਿਹੜੀ ਸਾਮਗਰੀ ਹੈ ਪ੍ਰੋਵਾਈਡ ਕਰਵਾਵਾਂ। ਨਿਸ਼ੁਲਕ ਦਾ ਮੇਰਾ ਉਪਰਾਲਾ ਹਮੇਸ਼ਾ ਬਣਿਆ ਰਿਹਾ ਹੈ ਤੇ ਜਦੋਂ ਤੱਕ ਉਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਮਿਹਰ ਰਹੇਗੀ, ਨਿਸ਼ੁਲਕ ਦਾ ਉਪਰਾਲਾ ਹੀ ਮੇਰੇ ਵੱਲੋਂ ਨਿਰੰਤਰ ਜਾਰੀ ਰਹੇਗਾ। ਤਾਂ ਐਸੇ ਸੁਨੇਹੇ ਦੇ ਨਾਲ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਅੰਦਰ। ਜਲਦ ਆਪ ਨੂੰ ਇਸ ਤੇ ਹੋਰ ਵੀਡੀਓ ਵੀ ਮੈਂ ਪ੍ਰੋਵਾਈਡ ਕਰਵਾਵਾਂਗਾ ਤੇ ਇਸ ਟੌਪਿਕ ਤੋਂ ਬਾਅਦ 'ਚ ਰਾਸ ਤੇ ਅਲੰਕਾਰ ਦੇ ਵੀ ਟੌਪਿਕ ਅਵੇਲੇਬਲ ਕਰਵਾਵਾਂਗਾ। ਤਾਂ ਐਸੇ ਵੇਟ ਦੇ ਅੰਦਰ ਚੈਨਲ ਦੇ ਉੱਪਰ ਬਣੇ ਰਹਿਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਅੰਦਰ, ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।